धन्यवाद जी। मैं बेनती करांगा अगले बुलारे मैडम सरोज चपड़ीवाल जी कि वो भी आप सब के रूबरू होंगे। सत्कारयोग पंजाब के मुख्यमंत्री सरदार चरणजीत चन्नी जी, वित्त मंत्री मनप्रीत सिंह बादल जी, पूरा मंत्रिमंडल, महकमे के सकत्तर जी, डायरैक्टर, डिप्टी डायरैक्टर, साढ़े CDPO, PO, सुपरवाइजर, वक्त थावां तो आईयां सारियां आंगनवाड़ी वर्कर हैल्पर भैनों, अज आपां मरिंडे की धरती से रोपड़ जिले की धरती से इकट्ठे हुए हैं। जो ये स्कीम चली सी 1997 उदों भी रोपड़ की धरती तो चली सी। अज आपां रोपड़ की धरती से कुछ खुशी के पलों लिए इकट्ठे हुए हैं, कुछ अड़ीक लिए इकट्ठे हुए हैं। जो असीं अज 3 दिन पहला मुख्यमंत्री जी नाल मीटिंग की तो सानू जब उन्होंने घर बैठ के मीटिंग की एक परिवार वाला माहौल लग्या। वो अपने बजट नूं वेख के उस जिद में जड़े हुए सी ते असीं आंगनवाड़ी वर्कर हेल्पर की आर्थिक हालत नूं देखदे होया अपनियां मंगां मनवाउण दी जिद में जड़े हुए सी। पूरे 3.5 घंटे मीटिंग चली, सानू पूरा परिवार वाला माहौल मिलिया जिवें किसी अपने परिवार दे मैंबर नाल असीं चल रहे होइए। सानू बहुत वधिया लग्या। ਇਹਦੇ ਨਾਲ मैं ये कहना चाहूंगी कि असीं लंबे समय तो लड़ रहे हाँ आंगनवाड़ी वर्कर हेल्पर भैणां हमेशा अपने हकों की प्राप्ति लई सड़कों ते आउंदियां है, पर समय समय जदों कोई सरकारां बणियां सिर्फ कदे 500 कदे 200 कदे 150 का ही वाधा होया है। पर असीं इस गल ते खुश हैं कि जिहड़ा है 5 सालां विच असीं लड़ाई भी बहुत कीती है पर असीं प्राप्ति भी बहुत कीती है। ਇਹਦੇ ਨਾਲ ਜੇ ਅਸੀਂ ਪ੍ਰਾਪਤ ਬਹੁਤ ਕੀਤਾ ਤਾਂ ਅਸੀਂ ਖੋਇਆ ਵੀ ਬਹੁਤ ਕੁਛ ਹੈ, ਕਿਉਂਕਿ ਮਨੁੱਖੀ ਸਮਾਜ ਦੀ ਕਿਰਤ ਤੇ ਨਹੀਂ ਖੜੀ ਹੈ। ਜੇ ਅਸੀਂ ਕਿਰਤ ਨਹੀਂ ਹੈ ਤਾਂ ਅਸੀਂ ਸਮਾਜ ਨੂੰ ਖੜਾ ਨਹੀਂ ਕਰ ਸਕਦੇ। ਜਿਹੜੇ ਸਾਡੇ 3 ਤੋਂ 6 ਸਾਲ ਦੇ ਬੱਚੇ ਇਹਨਾਂ 5 ਸਾਲਾਂ 'ਚ ਲੈ ਗਏ ਉਹ ਸਾਡੀ ਕਿਰਤ ਹੀ ਖਤਮ ਕਰ ਦਿੱਤੀ ਗਈ। ਸਾਡੇ ਲਈ ਬਹੁਤਾ ਸਮਾਂ ਟਿਕਣਾ ਬਹੁਤ ਔਖਾ ਹੈ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਹਦਾ ਹੱਲ ਕੱਢਿਆ ਜਾਵੇ। ਅਸੀਂ ਇਹਦੇ ਲਈ ਲੜਦੇ ਆਏ ਹਾਂ ਤੇ ਇਹਦੇ ਲਈ ਲੜਦੇ ਰਹਾਂਗੇ, ਕਿਉਂਕਿ ਅਸੀਂ ਜਦੋਂ ਮਾਂ ਇੱਕ ਪ੍ਰੈਗਨੈਂਟ ਉਦੋਂ ਤੋਂ ਲੈ ਕੇ 6 ਸਾਲ ਦੇ ਬੱਚੇ ਨੂੰ ਅਸੀਂ ਪੜਾਉਂਦੀਆਂ, ਲਿਖਾਉਂਦੀਆਂ, ਖਿਡਾਉਂਦੀਆਂ, ਪਿਲਾਉਂਦੀਆਂ, ਸਵਾਉਂਦੀਆਂ, ਮਤਲਬ ਹਰ ਤਰ੍ਹਾਂ ਦਾ ਕੰਮ ਅਸੀਂ ਉਹਨਾਂ ਦੇ ਨਾਲ ਜੁੜੀਆਂ ਵੀ ਹੈ, ਹਰ ਤਰ੍ਹਾਂ ਦਾ ਕੰਮ ਅਸੀਂ ਉਹਨਾਂ ਦਾ ਕਰਦੀਆਂ ਹੈ। ਪਰ ਇੱਕ ਜਿਹੜਾ ਪਸ਼ੂ ਪਾਲਣ ਵਾਲਾ ਹੈ ਉਹਨੂੰ ਮਿਨੀਮਮ ਵੇਜ ਮਿਲ ਰਿਹਾ ਹੈ। ਜੋ ਸਾਡੇ ਆ ਸ਼੍ਰੋਮਣੀ ਪ੍ਰਬੰਧਕ ਗੁਰਦੁਆਰੀ ਕਮੇਟੀ ਦੇ ਸਾਡੇ ਗ੍ਰੰਥੀ ਹੈ ਉਹਨਾਂ ਨੂੰ ਮਿਨੀਮਮ ਵੇਜ ਮਿਲ ਰਿਹਾ ਹੈ, ਪਰ ਜਿਹੜਾ ਮਨੁੱਖੀ ਬੱਚੇ ਪਾਲਣ ਵਾਲੀਆਂ ਔਰਤਾਂ ਨੇ ਉਹਨਾਂ ਨੂੰ ਮਿਨੀਮਮ ਵੇਜ ਨਹੀਂ ਮਿਲ ਰਿਹਾ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਇਹ ਮੰਗ ਹੈ ਕਿ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਹਰ ਕਿਰਤੀ ਨੂੰ ਮਿਨੀਮਮ ਵੇਜ ਦੇਵੇ ਤੇ ਸਾਨੂੰ ਮਿਨੀਮਮ ਵੇਜ ਦਿੱਤਾ ਜਾਵੇ। ਅਸੀਂ ਇਸ ਆਸ ਨਾਲ ਅੱਜ ਆਏ ਹਾਂ ਤੇ ਆਸ ਵੀ ਕਰਦੇ ਹਾਂ ਕਿਉਂਕਿ ਆਉਣ ਵਾਲਾ ਸਮਾਂ ਇਲੈਕਸ਼ਨਾਂ ਦਾ ਹੈ ਤੇ ਇਲੈਕਸ਼ਨ ਵਿੱਚ ਆਪਣੇ ਆਪਣੇ ਚੋਣ ਮੈਨੀਫੈਸਟੋ ਵਿੱਚ ਹਰੇਕ ਪਾਰਟੀ ਨੇ ਕੁਝ ਲਿਖਣਾ ਹੁੰਦਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਲਿਖਣ ਵੀ ਤੇ ਪੂਰਾ ਵੀ ਕਰਨ। ਅੱਜ ਇਸ ਤਰੀਕੇ ਤੁਸੀਂ ਵੱਡੀ ਗਿਣਤੀ ਵਿੱਚ ਆਏ ਹੋ, ਮੈਂ ਆਸ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਸੇ ਤਰ੍ਹਾਂ ਵੱਡੀ ਗਿਣਤੀ 'ਚ ਅੱਗੇ ਵਧੋਗੇ ਤੇ ਪ੍ਰਾਪਤੀਆਂ ਕਰੋਗੇ। ਤੇ ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਜੀ ਦਾ ਕਿ ਸਾਨੂੰ ਜੋ ਪ੍ਰਾਪਤੀ ਹੋਈ ਹੈ ਅਸੀਂ ਇਹਦੇ ਲਈ ਖੁਸ਼ ਹਾਂ। ਪਰ ਜਿਹੜੇ ਅਸੀਂ ਮਕਸਦ ਲਈ ਅੱਗੇ ਵਧੇ ਸੀ, ਵਧਣਾ ਚਾਹੁੰਦੇ ਸੀ, ਅਜੇ ਉਹਦੇ 'ਚ ਕਾਫੀ ਰੁਕਾਵਟਾਂ ਨੇ ਤੇ ਇਹ ਵੀ ਆਸ ਕਰਦੇ ਹਾਂ ਕਿ ਅੱਜ ਪੰਜਾਬ ਦੀ ਜਵਾਨੀ, ਪੰਜਾਬ ਦੇ ਬੇਰੁਜ਼ਗਾਰ, ਸਾਡਾ ਦੂਜਾ ਮੁਲਾਜ਼ਮ ਵਰਗ ਸੜਕਾਂ ਤੇ ਹੈ। ਜੇ ਉਹਨਾਂ ਦੇ ਵੀ ਮਸਲਿਆਂ ਦਾ ਹੱਲ ਕੀਤਾ ਜਾਵੇ ਤਾਂ ਇਹ ਪੰਜਾਬ
ਪੂਰਾ ਖੁਸ਼ੀਆਂ ਭਰਿਆ ਹੋ ਸਕਦਾ ਹੈ। ਇਹਨਾਂ ਹੀ ਕਹਿੰਦੀ ਹੋਈ ਸਾਰੀਆਂ ਭੈਣਾਂ ਜੋ ਆਈਆਂ ਨੇ ਅੱਜ ਆਸ ਨਾਲ ਆਈਆਂ ਨੇ, ਜੋ ਵੀ ਆ ਸਾਡੇ ਮੁੱਖ ਮੰਤਰੀ ਸਾਹਿਬ ਜੀ ਐਲਾਨ ਕਰਨਗੇ, ਅਸੀਂ ਆਸ ਕਰਦੇ ਹਾਂ ਕਿ ਤੁਰੰਤ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਨਗੇ। ਇਹਨਾਂ ਹੀ ਕਹਿੰਦੀ ਹੋਈ ਸਾਰੀਆਂ ਭੈਣੋਂ ਇਨਕਲਾਬ ਜਿੰਦਾਬਾਦ। ਧੰਨਵਾਦ ਜੀ। ਸਵਾਗਤ ਕਰਦੇ ਹਾਂ ਸਾਡੇ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਜੀ ਜੋ ਮੰਚ ਤੇ ਬਿਰਾਜਮਾਨ ਹਨ। ਮੈਂ ਬੇਨਤੀ ਕਰਾਂਗਾ ਕਿ ਮੈਡਮ ਹਰਜੀਤ ਕੌਰ ਪੰਜੋਲਾ ਜੋ ਕਿ ਮੰਚ ਤੋਂ ਹੇਠਾਂ ਹਨ ਉਹ ਵੀ ਮੰਚ ਤੇ ਆ ਕੇ ਬੈਠਣ ਦੀ ਕਿਰਪਾਲਤਾ ਕਰਨ। ਹੁਣ ਮੈਂ ਬੇਨਤੀ ਕਰਾਂਗਾ ਮੈਡਮ ਹਰਗੋਬਿੰਦ ਕੌਰ ਕਿ ਉਹ ਤੁਹਾਡੇ ਰੂਬਰੂ ਹੋਣ। ਕਿਰਪਾ ਕਰਕੇ ਮੌਸਮ ਦੀ ਖਰਾਬੀ ਦੇ ਮੱਦੇਨਜ਼ਰ ਆਪਣਾ ਜੋ ਸੰਬੋਧਨ ਹੈ ਉਸ ਨੂੰ ਸੰਖੇਪ ਰੱਖਿਆ ਜਾਵੇ। ਮੇਰੇ ਤੇ ਸਾਡੇ ਸਾਰੇ ਆਂਗਣਵਾੜੀ ਵਰਕਰਸ ਦੇ ਪੂਰੇ ਪੰਜਾਬ ਦੇ ਬਹੁਤ ਹੀ ਮਾਣਯੋਗ ਤੇ ਸਤਿਕਾਰਯੋਗ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਮੁੱਖ ਮੰਤਰੀ ਪੰਜਾਬ, ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਮੰਤਰੀ ਰਜੀਆ ਸੁਲਤਾਨਾ ਜੀ, ਸਤਿਕਾਰਯੋਗ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਜੀ, ਮੰਚ ਤੇ ਬੈਠੇ ਹੋਏ ਦੂਸਰੇ ਮੰਤਰੀ ਸਾਹਿਬ, ਸਾਡੇ ਅਧਿਕਾਰੀ ਸਾਹਿਬ ਤੇ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੀਆਂ ਮੇਰੀਆਂ ਆਂਗਣਵਾੜੀ ਵਰਕਰ ਤੇ ਹੈਲਪਰ ਭੈਣੋ, ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਭੈਣੋ, ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਤੇ ਮਾਣ ਦਾ ਦਿਨ ਹੈ ਕਿ ਜਿਹੜਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਲਗਭਗ ਪਿਛਲੇ 5 ਸਾਲ ਤੋਂ ਆਪਾਂ ਸੰਘਰਸ਼ ਕਰ ਰਹੀਆਂ ਤੇ ਅੱਜ ਸਾਡੇ ਉਸ ਸੰਘਰਸ਼ ਨੂੰ ਬੂਰ ਪੈ ਰਿਹਾ ਹੈ। ਮੈਂ ਬਹੁਤ ਹੀ ਧੰਨਵਾਦੀ ਆ ਸਾਡੇ ਮੁੱਖ ਮੰਤਰੀ ਸਾਹਿਬ ਦਾ ਕਿ ਸਾਨੂੰ 5 ਸਾਲ ਤੋਂ ਸੜਕ ਤੇ ਰੁਲਦੀਆਂ ਨੂੰ ਉਹਨਾਂ ਨੇ ਸੀਐਮ ਹਾਊਸ ਬੁਲਾਇਆ, ਸਾਡੇ ਨਾਲ ਮੀਟਿੰਗਾਂ ਕੀਤੀਆਂ, ਲਗਾਤਾਰ ਸਾਡਾ ਦਰਦ ਸਮਝਿਆ ਤੇ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਕਿ ਤੁਹਾਡੇ ਮਾਣ ਭੱਤੇ ਦੇ ਵਿੱਚ ਜਿਹੜਾ ਬਹੁਤ ਘੱਟ ਹੈ ਸੰਤੁਸ਼ਟੀਜਨਕ ਵਾਅਦਾ ਕੀਤਾ ਜਾਊਗਾ। ਭੈਣੋ, ਇਹ ਗੱਲ ਆਪਾਂ ਸਾਰੀਆਂ ਜਾਣਦੀਆਂ ਕਿ ਰੋਏ ਬਿਨਾ ਮਾਂ ਵੀ ਦੁੱਧ ਨਹੀਂ ਦਿੰਦੀ ਤੇ ਸਾਨੂੰ ਸੰਘਰਸ਼ ਕਰਨਾ ਹੀ ਪੈਂਦਾ ਜ਼ਿੰਦਗੀ ਦੇ ਵਿੱਚ। ਤੇ ਸੀਐਮ ਸਾਹਿਬ, ਮੈਂ ਦੱਸਣਾ ਚਾਹੁੰਦੀ ਆ ਕਿ ਜਿਹੜੀਆਂ ਮੇਰੀਆਂ ਭੈਣਾਂ ਬੈਠੀਆਂ ਇੱਥੇ ਇਹ ਬਹੁਤ ਹੀ ਸੰਘਰਸ਼ੀਲ ਔਰਤਾਂ। ਪਹਿਲਾਂ ਇਹ ਆਂਗਣਵਾੜੀ ਸੈਂਟਰ ਵੇਖਦੀਆਂ, ਆਪਦੇ ਘਰ ਵੇਖਦੀਆਂ, ਸੰਘਰਸ਼ ਚ ਆਉਂਦੀਆਂ, ਫਿਰ ਅਸੀਂ ਜਿਹੜਾ ਇਸ ਸੰਘਰਸ਼ ਨੂੰ ਇੱਥੋਂ ਤੱਕ ਲੈ ਕੇ ਆਉਨੇ ਆ ਕਿ ਸਰਕਾਰ ਸਾਡੀ ਗੱਲ ਸੁਣੇ, ਸਾਡੀ ਗੱਲ ਮੰਨੇ। ਇਹਨਾਂ ਔਰਤਾਂ ਦੀ ਬਦੌਲਤ ਹੈ ਇਹ ਸਲੂਟ ਕਰਨਾ ਬਣਦਾ ਇਹਨਾਂ ਔਰਤਾਂ ਨੂੰ ਜਿਹੜੀਆਂ ਪੰਜਾਬ ਦੀਆਂ ਆਂਗਣਵਾੜੀ ਵਰਕਰ ਇੱਥੇ ਬੈਠੀਆਂ। ਤੇ ਅਸੀਂ ਤੁਹਾਡੇ ਬਹੁਤ ਹੀ ਧੰਨਵਾਦੀ ਆ ਕਿ ਤੁਸੀਂ, ਜਿਵੇਂ ਮੈਂ ਕਿਹਾ ਕਿ ਰੋਏ ਬਿਨਾ ਮਾਂ ਵੀ ਦੁੱਧ ਨਹੀਂ ਦਿੰਦੀ, ਪਰ ਜਿਹੜੀ ਸਾਡੀ ਮਾਂ ਸੀ ਪੰਜਾਬ ਦੀ ਸਰਕਾਰ, ਇਹ ਕਹਿ ਲਓ ਕਿ 4.5 ਸਾਲ ਜਿਵੇਂ ਹੱਥ ਨਹੀਂ ਬੱਚੇ ਬੰਨੀ ਪਿੱਠ ਕਰਕੇ ਪਈ ਹੁੰਦੀ ਹੈ, ਸਾਡੇ ਬੰਨੀ ਪਿੱਠ ਕਰਕੇ ਪਈ ਸੀ ਉਹ ਸਰਕਾਰ 4.5 ਸਾਲ। ਤੇ ਬੱਚਾ ਰੋਂਦਾ ਕਰਲਾਉਂਦਾ ਚ ਵਿਲਕਦਾ ਹੀ ਰਿਹਾ, ਪਰ ਤੁਸੀਂ ਉਹ ਮਾਂ ਸਾਬਤ ਹੋਏ ਜਿਨ੍ਹਾਂ ਨੇ ਸਾਡੇ ਪੀੜ ਨੂੰ ਸਮਝਿਆ। ਤੇ ਮੈਂ ਆਸ ਕਰਦੀ ਆ ਕਿ ਜਿਹੜਾ ਸਾਡੇ ਲਈ ਹਮੇਸ਼ਾ ਕਿਹਾ ਜਾਂਦਾ ਸੀ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਜੀ, ਪੰਜਾਬ ਦਾ ਖਜ਼ਾਨਾ ਖਾਲੀ ਹੈ, ਤੁਸੀਂ ਉਸ ਖਜ਼ਾਨੇ ਦੇ ਕਿਸੇ ਕੋਨੇ ਚੋਂ ਸਾਡੇ ਲਈ ਕੁਛ ਨਾ ਕੁਛ ਲੱਭ ਕੇ ਲਿਆਏ ਹੋ ਤੇ ਸਾਡੀ ਤਲੀ ਤੇ ਤੁਸੀਂ ਧਰ ਰਹੇ ਹੋ। ਤੇ ਅੱਗੇ ਤੋਂ ਵੀ ਮੈਂ ਆਸ ਕਰਦੀ ਹੈ ਕਿ ਸਾਨੂੰ ਇਹ ਸੁਣਨਾ ਨਾ ਪਵੇ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਭੈਣੋ, ਤੁਹਾਡੇ ਲਈ ਪੰਜਾਬ ਦਾ ਖਜ਼ਾਨਾ ਖਾਲੀ ਹੈ। ਇਹ ਖਜ਼ਾਨਾ ਸਾਡੇ ਲਈ ਕਦੇ ਖਾਲੀ ਨਹੀਂ ਹੋਣਾ ਚਾਹੀਦਾ। ਸਾਡੇ ਕੰਮ ਦਾ ਮਾਣ ਸਨਮਾਨ ਹੋਣਾ ਚਾਹੀਦਾ। ਅਸੀਂ ਪੰਜਾਬ ਦੀ ਜਿਹੜੀ ਸਮਾਜਿਕ ਸੁਰੱਖਿਆ ਸਕੀਮ ਹੈ ਉਹਦੀ ਰੀੜ੍ਹ ਦੀ ਹੱਡੀ ਆਂਗਣਵਾੜੀ ਵਰਕਰ ਹੈਲਪਰ ਹੈ ਜੀ। ਉਹ ਅਸੀਂ ਘਰ ਘਰ ਤੱਕ ਤੁਹਾਡੀ
ਜਾਂਦੇ ਆ ਤਾਂ ਅਸੀਂ ਚਾਹੁੰਦੇ ਆ ਕਿ ਜੇ ਸਾਡਾ ਕੰਮ ਇੰਨਾ ਵਧੀਆ ਹੈ ਤੇ ਸਾਨੂੰ ਇਹ ਨਾ ਕਿਹਾ ਜਾਵੇ ਕਿ ਆਂਗਣਵਾੜੀ ਵਰਕਰਾਂ ਦਾ ਧਰਨੇ ਮੁਜ਼ਾਹਰੇ ਕਰਦੀਆਂ। ਸਾਡਾ ਜੀ ਨਹੀਂ ਕਰਦਾ ਧਰਨੇ ਮੁਜ਼ਾਹਰੇ ਕਰਨ ਨੂੰ, ਸਾਡੀਆਂ ਮਜਬੂਰੀਆਂ। ਅਸੀਂ 500 ਰੁਪਏ ਲਈ ਇਹ ਧਰਨੇ ਮੁਜ਼ਾਹਰੇ ਕਰਦੇ ਸੀ, ਪਰ ਤੁਹਾਡੀ ਧੰਨਵਾਦੀ ਆ ਕਿ ਤੁਸੀਂ ਸਾਡੇ ਨਾਲ ਫੈਸਲਾ ਕੀਤਾ ਹੈ ਕਿ ਤੁਹਾਨੂੰ ਹਰ ਸਾਲ ਇੱਕ ਖਾਸੀਅਤ ਹੈ ਜਿਹੜੀ ਕਿ ਅੱਲਾਹ ਤਾਲਾ ਨੇ ਇਸ ਔਰਤ ਨੂੰ ਬਖਸ਼ੀ ਹੈ ਕਿ ਔਰਤ ਘਰ ਬਸਾਉਂਦੀ ਹੈ ਔਰ ਔਰਤ ਕਿੰਨੀ ਮਿਹਨਤ ਕਰਦੀ ਹੈ ਕਿ ਉਹ ਆਪਣੇ ਘਰ ਦਾ ਕੰਮ ਵੀ ਕਰਦੀ ਹੈ ਔਰ ਦੇ ਹਿੱਸੇ ਸੰਘਰਸ਼ ਹੈ। ਮਰਦ ਨੂੰ ਇੰਨਾ ਸੰਘਰਸ਼ ਨਹੀਂ ਕਰਨਾ ਪੈਂਦਾ। ਜਿੰਨੀਆਂ ਮੁਸ਼ਕਿਲਾਂ ਦੇ ਵਿੱਚ ਔਰਤ ਨਿਕਲਦੀ ਹੈ ਉਹਨਾਂ ਮਰਦਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਸੀਐਮ ਸਾਹਿਬ, ਮੈਂ ਆਪਣੇ ਵੱਡੇ ਵੀਰ ਮਨਪ੍ਰੀਤ ਬਾਦਲ ਜੀ ਨੂੰ ਗੁਜ਼ਾਰਿਸ਼ ਕਰਾਂਗੀ ਕਿ ਇਹਨਾਂ ਵੱਲ ਦੇਖੋ, ਜਿਹੜੀਆਂ ਆਪਣੇ ਘਰੇ ਆਪਣੇ ਬੱਚੇ ਛੱਡ ਕੇ ਦੂਸਰਿਆਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀਆਂ ਨੇ, ਉਹਨਾਂ ਨੂੰ ਸੰਭਾਲਦੀਆਂ ਨੇ, ਉਹਨਾਂ ਨੂੰ ਖਾਣਾ ਪਕਾ ਕੇ ਖਿਲਾਉਂਦੀਆਂ ਨੇ, ਦਿਲੋਂ ਜਾਨ ਨਾਲ ਉਹਨਾਂ ਦੀ ਹਿਫਾਜ਼ਤ ਕਰਦੀਆਂ ਨੇ। ਇਹਨਾਂ ਦਾ ਹੱਕ, ਔਰਤਾਂ ਦਾ ਹੱਕ ਦਿਓਗੇ ਤਾਂ ਅੱਲਾਹ ਤਾਲਾ ਵੀ ਤੁਹਾਤੋਂ ਖੁਸ਼ ਹੋਏਗਾ ਔਰ ਖੁਸ਼ ਹੋਏਗਾ ਤੁਹਾਡਾ ਖਜ਼ਾਨਾ ਦੁੱਗਣਾ ਤਿੱਗਣਾ ਚੌਗਣਾ ਭਰੇਗਾ। ਤੁਸੀਂ ਇਹ ਕਰਕੇ ਤਾਂ ਦੇਖੋ, ਤੁਹਾਨੂੰ ਤਾਂ ਪਤਾ ਚੱਲੇਗਾ। ਇਹ ਮੇਰੇ ਦਿਲ ਦੀ ਖੁਆਇਸ਼ ਹੈ ਕਿ ਮੇਰੀਆਂ ਬੀਬੀਆਂ ਭੈਣਾਂ ਅੱਗੇ ਵਧਣ, ਜਿਵੇਂ ਸਾਡੀ ਇੱਕ ਔਰਤ ਕਲਪਨਾ ਚਾਵਲਾ ਜੀ ਚੰਦ ਤੱਕ ਜਾਈ, ਅਸੀਂ ਵੀ ਲੜਾਈ ਲੜ ਸਕਦੀਆਂ, ਹੌਸਲਾ ਰੱਖ ਸਕਦੀਆਂ, ਉਡਾਨ ਭਰ ਸਕਦੀਆਂ। ਜਦ ਅਸੀਂ ਆਪਣੇ ਅੰਦਰ ਹੌਸਲੇ ਦੇ ਪਰ ਲੈ ਕੇ ਉੱਡਾਂਗੀਆਂ, ਫਿਰ ਸਾਨੂੰ ਕੋਈ ਰੋਕਣ ਵਾਲਾ ਨਹੀਂ ਹੈ। ਔਰਤਾਂ ਜਿੱਦ ਨੂੰ ਚੱਲ ਪੈਣ, ਉਧਰ ਉਹ ਆਪਣੀ ਜਿੱਤ ਹਾਸਿਲ ਕਰ ਹੀ ਲੈਂਦੀਆਂ ਨੇ। ਮੈਂ ਜ਼ਿਆਦਾ ਸਮਾਂ ਨਹੀਂ ਤੁਹਾਡਾ ਲੈਣਾ ਚਾਹੁੰਦੀ। ਜਿੰਨੀਆਂ ਤੁਹਾਡੀਆਂ ਮੰਗਾਂ ਮੰਨੀਆਂ ਗਈਆਂ ਨੇ ਉਹਨਾਂ ਨੂੰ ਤੁਸੀਂ ਪ੍ਰਵਾਨ ਕਰੋ ਤੇ ਅਸੀਂ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਤਾਲਾ ਸਾਡੀ ਸਰਕਾਰ ਆ ਜਾਏ, ਫਿਰ ਤੁਹਾਡੀਆਂ ਹੋਰ ਮੰਗਾਂ ਜਿਹੜੀਆਂ ਹੈਗੀਆਂ ਉਹਨਾਂ ਤੇ ਵੀ ਵਿਚਾਰ ਵਟਾਂਦਰਾ ਕਰਾਂਗੇ। ਮੈਂ ਇੱਕ ਨਾਰਾ ਲਗਾਉਣਾ ਚਾਹੁੰਦੀ ਹਾਂ, ਤੁਸੀਂ ਮੇਰੇ ਨਾਲ ਲਗਾਓ। ਨਾਰੀ ਸ਼ਕਤੀ, ਨਾਰੀ ਸ਼ਕਤੀ, नारी शक्ति। धन्यवाद। शुक्रिया जी। मैं बेनती करांगा वित्त मंत्री पंजाब सरदार मनप्रीत सिंह जी बादल, वो आप सब दे रूबरू होणगे। मेरी धरती मां दे बेटे ते बेटियों, मेरे हमवतनों, स्टेज ते बैठे पंजाबियों के दिलों की तर्जुमानी करने वाले गरीब परवर पंजाब के मुख्यमंत्री सरदार चरणजीत सिंह चन्नी साहब मैथों हुणे बोल के गए है। मेरी छोटी भैन कैबिनेट दे विच मेरे साथ रहिंदे है। उम्र तो मैथों बहुत छोटे है पर अकल च मैथों बड़े वड्डे है। भैन रजिया जी, मेरे वड्डे वीर राणा गुरजीत सिंह साहब जो कैबिनेट दे विच मेरे नाल हुंदे है, और मेरे बड़े ही काबिल ते फाजिल दोस्त साबका मिनिस्टर सरदार साधु सिंह जी, और समाजिक सुरक्षा दे सैकटरी बहुत ही काबिल बहुत ही ईमानदार राजी श्रीवास्तव जी। जे अज मेरिया अखां मैनू धोखा नहीं दे रही, अज दा थोड़ा जोश, अज दा थोड़ा जज्बा, अज दा थोड़ा कट, जे मेरिया अखां दा धोखा नहीं तो अज थोड़े जज्बे दे विच मैनू पंजाब दी बदलती हुई तकदीर नजर आ रही है। मैं चीफ मिनिस्टर साहब नू ते अपनी कैबिनेट नू अक्सर
ਇਹ ਗੱਲ ਕਹਿਣਾ ਕਿ ਸੀਐਮ ਸਾਹਿਬ ਆਪਾਂ 2022 ਦੇ ਵਿੱਚ ਜਿਹੜੇ ਅੱਜ ਤੁਸੀਂ ਪਿਛਲੇ 100 ਦਿਨਾਂ ਦੇ ਵਿੱਚ ਕੰਮ ਕੀਤੇ ਹੈ ਔਰ 100 ਦਿਨਾਂ ਦੇ ਜਿਹੜੇ ਫੈਸਲੇ ਹੈ, ਅਸੀਂ ਇਲੈਕਸ਼ਨ ਜਿੱਤ ਕੇ ਨਹੀਂ ਆਉਣਾ, ਅਸੀਂ ਲੋਕਾਂ ਦੇ ਦਿਲ ਜਿੱਤ ਕੇ ਆਉਣੇ ਆ। ਲੋਕਾਂ ਦੇ ਦਿਲ ਜਿੱਤਣ ਵਾਸਤੇ ਇਹ ਸਾਰੇ ਕੰਮ ਕਰ ਰਹੇ ਆ। ਔਰ ਮੈਂ ਕਦੀ ਵੀ ਗੁਰੂ ਮਹਾਰਾਜ ਕੋਲੇ ਜਦੋਂ ਵੀ ਅਰਦਾਸ ਕਰਦਾ, ਮੈਂ ਕਦੇ ਇਹ ਅਰਦਾਸ ਨਹੀਂ ਕੀਤੀ ਕਿ ਰੱਬਾ ਕਾਂਗਰਸ ਪਾਰਟੀ ਨੂੰ ਤੂੰ ਕੋਈ ਔਖੀ ਘੜੀ ਨਾ ਵਿਖਾਈ, ਕਾਂਗਰਸ ਪਾਰਟੀ ਨੂੰ ਕੋਈ ਮੁਸ਼ਕਿਲ ਸਮਾਂ ਨਾ ਦਿਖਾਈ। ਹਮੇਸ਼ਾ ਇਹ ਅਰਦਾਸ ਕੀਤੀ ਹੈ ਕਿ ਪਰਮਾਤਮਾ ਜਿਹੜਾ ਵੀ ਕਾਂਗਰਸ ਪਾਰਟੀ ਤੇ ਔਖੀ ਘੜੀ ਆਵੇ, ਸਾਨੂੰ ਸ਼ਕਤੀ ਦੇਈ, ਅਸੀਂ ਉਸ ਔਖੀ ਘੜੀ ਦਾ ਮੁਕਾਬਲਾ ਕਰ ਸਕੀਏ। ਅੱਜ ਲੰਬੀਆਂ ਗੱਲਾਂ ਨਹੀਂ ਕਰਨੀਆਂ, ਇੱਕੋ ਹੀ ਗੱਲ ਕਹਿਣੀ ਹੈ ਕਿ ਪਰਮਾਤਮਾ ਤੋਂ ਬਾਅਦ ਜੇ ਕੋਈ ਤਾਕਤਵਰ ਕੋਈ ਤਨਜ਼ੀਮ ਹੁੰਦੀ ਹੈ ਤਾਂ ਸਰਕਾਰ ਹੁੰਦੀ ਹੈ। ਸਰਕਾਰ ਚਾਹਵੇ ਤਾਂ ਬਹੁਤ ਕੁਝ ਕਰ ਸਕਦੀ ਹੈ ਔਰ ਸਰਕਾਰ ਮਾਂ-ਬਾਪ ਦੀ ਹੈਸੀਅਤ ਰੱਖਦੀ ਹੈ। ਔਰ ਜਿਵੇਂ ਮਾਂ-ਬਾਪ ਨੂੰ ਆਪਣੀ ਔਲਾਦ ਦੀ ਫਿਕਰ ਹੁੰਦੀ ਹੈ, ਉਸੇ ਤਰ੍ਹਾਂ ਹੀ ਸਰਕਾਰ ਨੂੰ ਆਪਣੀ ਕੌਮ ਦੀ ਫਿਕਰ ਹੁੰਦੀ ਹੈ। ਔਰ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਔਰ ਇਹਨਾਂ ਨੇ ਜਿਹੜੇ ਫੈਸਲੇ ਕੀਤੇ, ਇੱਕ ਬੜੇ ਵੱਡੇ ਸ਼ਾਇਰ ਹੋਏ ਨੇ ਪੀਰ ਵਾਰਿਸ ਸ਼ਾਹ ਸਾਹਿਬ, ਤੇ ਪੀਰ ਵਾਰਿਸ ਸ਼ਾਹ ਸਾਹਿਬ ਲਿਖਦਾ ਹੈ, ਸਾਨੂੰ ਤਖਤ ਹਜ਼ਾਰੇ ਦੀ ਲੋੜ ਨਹੀਂ, ਮੈਨੂੰ ਵਾਸਤਾ ਕੀ ਸ਼ਹਿਰ ਭੰਬੋਰ ਦੇ ਨਾਲ, ਅਸੀਂ ਆਪਣੀ ਬਾਲ ਕੇ ਸੇਕਦੇ ਆ, ਸਾਨੂੰ ਕੀ ਲੱਗੇ ਕਿਸੇ ਹੋਰ ਦੇ ਨਾਲ। ਅਖੇ ਲੱਖਾਂ ਟਿੱਲੇ ਤੋਂ ਬਣ ਕੇ ਆਏ ਜੋਗੀ, ਰਲਿਆ ਕੋਈ ਨਾ ਰਾਂਝੇ ਦੀ ਤੋਰ ਦੇ ਨਾਲ। ਕਿੰਨੇ ਸੀਐਮ ਆ ਗਏ ਪੰਜਾਬ ਦੇ ਵਿੱਚ, ਪਰ ਜੇ ਆਂਗਨਵਾੜੀ ਵਰਕਰਾਂ ਦਾ ਤੇ ਮੰਗਾਂ ਦਾ ਕਿਸੇ ਨੇ ਕੋਈ ਭਲਾ ਕੀਤਾ ਜਾਂ ਸੋਚਿਆ ਤਾਂ ਉਹ ਸਰਦਾਰ ਚੰਨੀ ਸਾਹਿਬ ਨੇ ਸੋਚਿਆ। ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਨਾਲ ਪਿਆਰ ਜ਼ਰੂਰ ਕਰਦਾ ਹੈ। ਕਿਸੇ ਨੂੰ ਦੌਲਤ ਨਾਲ ਪਿਆਰ ਹੋ ਜਾਂਦਾ ਹੈ, ਕਿਸੇ ਨੂੰ ਔਰਤ ਨਾਲ ਪਿਆਰ ਹੋ ਜਾਂਦਾ ਹੈ, ਕਿਸੇ ਨੂੰ ਕਿਸੇ ਅਹੁਦੇ ਨਾਲ ਪਿਆਰ ਹੋ ਜਾਂਦਾ ਹੈ। ਪਰ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ, ਮੈਂ ਇਹਨਾਂ ਨਾਲ ਬੜੇ ਸਾਲ ਤੋਂ ਸਿਆਸੀ ਤੌਰ ਤੇ ਕੰਮ ਕਰ ਰਿਹਾ ਹਾਂ, ਮੈਨੂੰ ਲੱਗਦਾ ਇਹਨਾਂ ਨੇ ਤਾਂ ਪੰਜਾਬ ਦੀ ਮਿੱਟੀ ਨਾਲ ਹੀ ਪਿਆਰ ਕੀਤਾ। ਇਸ ਕਰਕੇ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ, ਜਾਂਦਾ ਜਾਂਦਾ ਇੱਕ ਗੱਲ ਮੈਂ ਜ਼ਰੂਰ ਕਹਿ ਕੇ ਜਾਊਂਗਾ ਕਿ ਮੈਂ ਪੰਜਾਬ ਦੇ ਖਜ਼ਾਨੇ ਦਾ ਵਜ਼ੀਰ ਹਾਂ ਤੇ ਪੰਜਾਬ ਦਾ ਤੁਸੀਂ ਬੱਚਿਆਂ ਵਾਲੇ ਲੋਕ ਹੋ, ਮੇਰੀਆਂ ਭੈਣਾਂ ਕਬੀਲਦਾਰ ਭੈਣਾਂ, ਤੇ ਸਰਕਾਰ ਕਿਵੇਂ ਚੱਲਦੀ ਹੈ, ਦੇਸ਼ ਕਿਵੇਂ ਚੱਲਦਾ ਹੈ, ਦੇਸ਼ ਵੀ ਉਵੇਂ ਹੀ ਚੱਲਦਾ ਹੈ ਜਿਵੇਂ ਤੁਸੀਂ ਆਪਣੇ ਪਰਿਵਾਰ ਚਲਾਉਂਦੇ ਹੋ। ਤੁਹਾਡੇ ਪਰਿਵਾਰ ਦੇ ਵਿੱਚ ਹੋ ਸਕਦਾ 6 ਮੈਂਬਰ ਹੋਣ, 8 ਮੈਂਬਰ ਹੋਣ, 10 ਮੈਂਬਰ ਹੋਣ, ਫਰਕ ਸਿਰਫ ਇੰਨਾ ਹੀ ਹੈ ਕਿ ਮੇਰੇ ਪਰਿਵਾਰ ਦੇ ਵਿੱਚ 3 ਕਰੋੜ ਮੈਂਬਰ ਹੈ, ਪਰ ਚੱਲਦਾ ਉਵੇਂ ਹੀ ਹੈ, ਨੱਪ ਘੁੱਟ ਕੇ, ਵਰਾ ਡਰਾ ਕੇ ਚਲਾਉਣਾ ਜਿਵੇਂ ਤੁਸੀਂ ਆਪਣੀ ਕਬੀਲਦਾਰੀ ਚਲਾਉਂਦੇ ਹੋ। ਇੱਕ ਬੈਲੈਂਸ ਬਣਾਉਣਾ ਪੈਂਦਾ ਹੈ ਕਿ ਤੁਹਾਡੀ ਆਮਦਨ ਕਿੰਨੀ ਹੈ ਤੇ ਖਰਚਾ ਕਿੰਨਾ ਹੈ। ਜੇ ਤੁਸੀਂ ਖਰਚਾ ਜ਼ਿਆਦਾ ਕਰ ਦੋਗੇ ਤਾਂ ਕਰਜ਼ਾ ਚੜ ਜਾਊਗਾ, ਜੇ ਮੈਂ ਜ਼ਿਆਦਾ ਖਰਚਾ ਕਰ ਦੂੰਗਾ ਤਾਂ ਆਪਣਾ ਦੇਸ਼ ਕਮਜ਼ੋਰ ਹੋ ਜਾਊਗਾ। ਇੱਕ ਬੈਲੈਂਸ ਇਹ ਵੀ ਬਣਾਉਣਾ ਪੈਂਦਾ ਹੈ ਕਿ ਜੋ ਪੰਜਾਬ ਦੀ ਆਮਦਨ ਹੈ ਇਹ ਕਿੱਥੇ ਲਾਉਣੀ ਹੈ। ਇਹ ਲਾਉਣੀ ਹੈ ਜਿੱਥੇ ਲੋਕਾਂ ਦੀ ਕਮਾਈ 'ਚ ਵਾਧਾ ਹੋ ਸਕੇ, ਲੋਕਾਂ ਦੀ ਆਮਦਨ ਦੇ ਵਿੱਚ ਇਜ਼ਾਫਾ ਹੋ ਸਕੇ। ਉਹ ਕਿਵੇਂ ਹੋਏਗਾ? ਜੇ ਪੰਜਾਬ ਦੇ ਵਿੱਚ ਨਹਿਰਾਂ ਬਣਨਗੀਆਂ, ਡੈਮ ਬਣਨਗੇ, ਬਿਜਲੀ ਘਰ ਬਣਨਗੇ, ਕਾਰਖਾਨੇ ਲੱਗਣਗੇ, ਸੜਕਾਂ ਬਣਨਗੀਆਂ, ਸਕੂਲ ਯੂਨੀਵਰਸਿਟੀਆਂ ਬਣਨਗੀਆਂ, ਤਾਂ ਮੈਨੂੰ ਲਾਲਚ ਹੁੰਦਾ ਹੈ ਕਿ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ। ਪਰ ਫਿਰ ਇਹ ਵੀ ਬੈਲੈਂਸ ਬਣਾਉਣਾ ਪੈਂਦਾ ਹੈ। ਔਰ ਮੈਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਐਸਾ ਤਬਕਾ ਵੀ ਹੈ ਜਿਹੜਾ ਸਵੇਰੇ ਉੱਠਦਾ ਹੈ ਤੇ ਖੂਹ ਪੱਟਣ ਲੱਗ ਜਾਂਦਾ ਤੇ ਸਾਰਾ ਦਿਨ ਖੂਹ ਪੱਟੀ ਜਾਂਦਾ ਤੇ ਰਾਤ ਨੂੰ ਉਸ ਖੂਹ ਚੋਂ ਪਾਣੀ ਪੀਣਾ, ਤੇ ਜੇ ਖੂਹ ਨਾ ਪੱਟਿਆ ਗਿਆ ਤਾਂ ਉਦੋਂ ਪਾਣੀ ਨਹੀਂ ਮਿਲੂਗਾ। ਇਹਦਾ ਵੀ ਇੱਕ ਬੈਲੈਂਸ ਬਣਾਉਣਾ ਪੈਣਾ, ਦੇਸ਼ ਨੂੰ ਵੀ ਅੱਗੇ ਲੈ ਕੇ ਜਾਣਾ ਹੈ। ਔਰ ਇਹੀ ਵਜ੍ਹਾ ਹੈ ਕਿ ਜਿਹੜੀ 250 ਰੁਪਇਆ ਪੈਨਸ਼ਨ ਅਕਾਲੀ ਦਲ ਵੇਲੇ ਹੁੰਦੀ ਸੀ, ਕਾਂਗਰਸ ਵੇਲੇ 1500 ਹੋ ਗਈ ਹੈ। ਮੇਰੀਆਂ ਭੈਣਾਂ ਤਸਦੀਕ ਕਰਨਗੀਆਂ ਕਿ ਜਦੋਂ ਤੁਸੀਂ
ਰੋਡਵੇਜ਼ ਦੀਆਂ ਬੱਸਾਂ ਤੇ ਸਫ਼ਰ ਕਰਦੇ ਹੋ ਥੋਥੋਂ ਕੋਈ ਕਿਰਾਇਆ ਨਹੀਂ ਲੈਂਦਾ। ਤੁਸੀਂ ਡੱਬ ਵਾਲੀ ਮੰਡੀ ਚਲੇ ਜਾਓ, ਗੰਗਾ ਨਗਰ ਚਲੇ ਜਾਓ, ਉੱਥੋਂ ਕਿਰਾਇਆ ਲੱਗੂਗਾ। ਇਹ ਬੈਲੈਂਸ ਬਣਾਉਣਾ ਪੈਂਦਾ ਕਿ ਜਿਹੜੇ ਬਿਜਲੀ ਦੇ ਬਕਾਏ ਸੀਗੇ ਮਾਫ ਕਰਤੇ। ਔਰ ਮੈਂ ਅੱਜ ਸਟੇਜ ਤੋਂ ਵੀ ਕਹਾਂਗਾ ਕਿ ਅੱਜ ਤੋਂ 4-5 ਦਿਨਾਂ ਬਾਅਦ ਹੋ ਸਕਦਾ ਹੈ ਇਲੈਕਸ਼ਨ ਦਾ ਐਲਾਨ ਹੋ ਜੇ ਤੇ ਮੈਨੂੰ ਬੜੇ ਲੋਕ ਮੈਨੂੰ ਇਹ ਕਹਿ ਰਹੇ ਹੈ ਬਈ ਹੁਣ ਤਾਂ ਇਲੈਕਸ਼ਨ ਆ ਗਿਆ, ਹੁਣ ਤਾਂ ਜਿੰਨਾ ਕੋਲਾ ਪਿਆ ਸਾਰਾ ਭੱਠੀ 'ਚ ਮਾਰ, ਆਪਾਂ ਇਲੈਕਸ਼ਨ ਜਿੱਤੀਏ। ਮੇਰਾ ਦਿਲ ਕਰਦਾ ਕਿ ਮੈਂ ਇਲੈਕਸ਼ਨ ਜਿੱਤਾਂ, ਮੇਰਾ ਦਿਲ ਕਰਦਾ ਮੇਰੀ ਪਾਰਟੀ ਇਲੈਕਸ਼ਨ ਜਿੱਤੇ, ਪਰ ਉਹ ਨਿੱਕੀਆਂ ਆ ਬੇਟੀਆਂ ਆਪਦੀ ਮਾਂ ਨਾਲ ਬੈਠੀਆਂ। ਅੱਜ ਇਹਨੇ ਟੋਪੀ ਲਈ ਹੈ, ਸਵੈਟਰ ਲਿਆ ਸਿਰ ਤੇ, ਉਹਦੇ ਨਾਲ ਇੱਕ ਛੋਟਾ ਜਿਹਾ ਬੱਚਾ ਹੋਰ ਬੈਠਾ ਹੈ। ਇਹਦਾ ਵੀ ਬੈਲੈਂਸ ਬਣਾਉਣਾ ਪੈਣਾ। ਕਿਤੇ ਇਹਨਾਂ ਨੇ 20 ਸਾਲਾਂ ਨੂੰ ਜਵਾਨ ਹੋਣਾ, ਇਹਨਾਂ ਬੱਚਿਆਂ ਨੇ, ਕਿਤੇ ਇਹ ਨਾ ਹੋਵੇ ਇਹਨਾਂ ਬੱਚਿਆਂ ਵਾਸਤੇ ਕੁਝ ਨਾ ਛੱਡ ਕੇ ਜਾਈਏ। ਇਸ ਕਰਕੇ ਰਾਜਨੀਤੀ ਤਾਂ ਜ਼ਰੂਰ ਕਰਦੇ ਆ, ਪਰ ਰਾਜਨੀਤੀ ਦਾ ਕੋਈ ਮਕਸਦ ਹੈ। ਰਾਜਨੀਤੀ ਇਸ ਕਰਕੇ ਨਹੀਂ ਕਰਨੀ ਕਿ ਮੈਂ ਰਾਜਨੀਤੀ ਕਰਦਾ ਕਿਉਂਕਿ ਥਾਣੇਦਾਰ ਤੇ ਤਹਿਸੀਲਦਾਰ ਮੇਰੇ ਕਹਿਣ ਤੇ ਕੰਮ ਕਰੂਗਾ। ਰਾਜਨੀਤੀ ਇਸ ਕਰਕੇ ਕਰਦੇ ਆ, ਆ ਜਿਹੜੇ ਨੌਜਵਾਨ ਆ ਬੱਚੇ ਮੇਰੇ ਸਾਹਮਣੇ ਬੈਠੇ ਆ, ਮੈਂ ਪੰਜਾਬ ਦੇ ਨੌਜਵਾਨਾਂ ਦੇ ਚਿਹਰਿਆਂ ਤੇ ਖੁਸ਼ੀ ਦੇਖਣੀ ਚਾਹੁੰਦਾ। ਮੈਂ ਜਿਹੜੇ ਉਹ ਛੋਟੀਆਂ ਧੀਆਂ ਇਹ ਧੀਆਂ ਦੇ ਹੱਥਾਂ ਦੇ ਵਿੱਚ ਡਿਗਰੀਆਂ ਤੇ ਨੌਕਰੀਆਂ ਦੇਖਣੀਆਂ ਚਾਹੁੰਦੀਆਂ। ਰਾਜਨੀਤੀ ਇਸ ਕਰਕੇ ਕਰਦੇ ਆ, ਰਾਜਨੀਤੀ ਇਸ ਕਰਕੇ ਕਰਦੇ ਆ ਕਿ ਕਿਸਾਨ ਖੁਸ਼ਹਾਲ ਹੋ ਸਕੇ। ਰਾਜਨੀਤੀ ਇਸ ਕਰਕੇ ਕਰਦੇ ਆ ਕਿ ਮਜ਼ਦੂਰ ਖੁਦ ਕਫੀਲ ਹੋ ਸਕੇ। ਔਰ ਅੱਜ ਐਡਾ ਵੱਡਾ ਮੈਂ ਸ਼ਾਸਤਰਾਂ 'ਚ ਪੜਿਆ, ਗ੍ਰੰਥਾਂ 'ਚ ਪੜਿਆ ਤੇ ਰੱਬ ਲਿਖਦਾ ਹੈ ਕਿ ਬੰਦੇ ਦੀ ਜੇ ਤਕਦੀਰ ਮਾੜੀ ਵੀ ਹੋਵੇ, ਬੰਦੇ ਦੀ ਤਕਦੀਰ ਮਾੜੀ ਹੋਵੇ, ਪਰ ਭੈਣਾਂ ਦੀਆਂ ਸੀਸਾਂ ਲੱਗ ਜਾਣ, ਮਾਵਾਂ ਦੀਆਂ ਦੁਆਵਾਂ ਲੱਗ ਜਾਣ, ਤਾਂ ਰੱਬ ਕਹਿੰਦਾ ਮੈਂ ਤਕਦੀਰ ਬਦਲ ਦਿੰਦਾ। ਅੱਜ ਐਡੀ ਵੱਡੀ ਇਕੱਠ ਦੇ ਵਿੱਚ ਸਾਡੀਆਂ ਭੈਣਾਂ ਇਕੱਠੀਆਂ ਹੋ ਕੇ ਆਈਆਂ। ਪੰਜਾਬ ਦੀ ਤਕਦੀਰ ਬਦਲੂਗੀ, ਪੰਜਾਬ ਦੀ ਕਿਸਮਤ ਬਦਲੂਗੀ, ਪੰਜਾਬ ਦੇ ਹਾਲਾਤ ਬਦਲਣਗੇ, ਕਿਉਂਕਿ ਅੱਜ ਪੰਜਾਬ ਦੀਆਂ ਭੈਣਾਂ ਸਾਰੀਆਂ ਇਕੱਠੀਆਂ ਹੋ ਕੇ ਪੰਜਾਬ ਵਾਸਤੇ ਸੀਸਾਂ ਦੇਣ ਵਾਸਤੇ ਤਿਆਰ ਹੋਈਆਂ। ਇਸ ਕਰਕੇ ਮੈਂ ਇੱਕ ਵਾਰੀ ਫੇਰ ਸੀਐਮ ਸਾਹਿਬ ਦਾ ਜੋ ਉਹਨਾਂ ਨੇ ਐਲਾਨਾਤ ਕਰਨੇ ਹੈ, ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਜਿੰਨੀਆਂ ਵੀ ਮੇਰੀਆਂ ਭੈਣਾਂ ਅੱਜ ਮੋਰਿੰਡੇ ਦੀ ਇਸ ਸਰਜ਼ਮੀਨ ਤੇ ਤੁਸੀਂ ਆਏ ਹੋ, ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਰੱਬ ਤੁਹਾਡੀਆਂ ਔਲਾਦਾਂ ਨੂੰ ਖੁਸ਼ ਰੱਖੇ, ਰੱਬ ਤੁਹਾਡੀਆਂ ਭੈਣਾਂ ਨੂੰ ਖੁਸ਼ ਰੱਖੇ, ਰੱਬ ਤੁਹਾਡੇ ਭਰਾਵਾਂ ਨੂੰ ਖੁਸ਼ ਰੱਖੇ, ਰੱਬ ਤੁਹਾਡੇ ਮਾਂ-ਪਿਓ ਨੂੰ ਖੁਸ਼ ਰੱਖੇ, ਰੱਬ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਤੇ ਰੱਬ ਤੁਹਾਨੂੰ ਤੇ ਮੈਨੂੰ ਇਸ ਧਰਤੀ ਮਾਂ ਦੀ ਸੇਵਾ ਕਰਨ ਦੀ ਬੁੱਧੀ ਦੇਵੇ। ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਸਰ। ਮੈਂ ਸਿਕਿਉਰਿਟੀ ਵਾਲਿਆਂ ਨੂੰ ਬੇਨਤੀ ਕਰਾਂਗਾ, ਰਸਤੇ ਦੇ ਵਿੱਚ ਜੋ ਮੇਰੀਆਂ ਭੈਣਾਂ ਖੜੀਆਂ ਹਨ ਉਹਨਾਂ ਨੂੰ ਅੱਗੇ ਆਉਣ ਦੇਣ, ਬੈਰੀਕੇਡਿੰਗ ਤੱਕ ਉਹਨਾਂ ਨੂੰ ਸਾਰਿਆਂ ਨੂੰ ਅੱਗੇ ਆਉਣ ਦੇਣ। ਕਿਰਪਾ ਕਰੋ ਉਹਨਾਂ ਨੂੰ ਅੱਗੇ ਲੈ ਕੇ ਆਓ ਤਾਂ ਕਿ ਉਹ ਵੀ ਸੀਐਮ ਸਾਹਿਬ ਨੂੰ ਸੁਣ ਸਕਣ। ਤੇ ਹੁਣ ਉਹ ਇਤਿਹਾਸਕ ਪਲ ਜਿਨ੍ਹਾਂ ਦੀ ਉਡੀਕ ਲਈ ਆਪਾਂ ਸਾਰੇ ਇੱਥੇ ਇਕੱਤਰ ਹਾਂ, ਹੁਣ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਤੁਹਾਡੇ ਰੂਬਰੂ ਹੋ ਰਹੇ ਹਨ। परम सत्कारयोग सरदार मनप्रीत सिंह बादल जी, सत्कारयोग राणा गुरजीत सिंह जी, थोड़े मंत्री मेरी सत्कारयोग भैन रजिया सुल्ताना जी, थोड़े लीडर साहबान साड़ी भैन हरगोबिंद कौर जी, ऊषा राणी जी, सरोज, प्रीति, रीमी, अंजू बाला जी, तुसी सारियां मेरिया भैणां जिहड़ियां मेरे सामने साडे घर आईयां होईयां अज, क्योंकि मेरा मरंडे विच घर है, मैं तुहाडा सारियां दा हाथ जोड़ के स्वागत करदा। राखड़ियां दा दिन बहुत ही महत्वपूर्ण दिन हुंदा है,
ਲੇਕਿਨ ਮੇਰੇ ਵਾਸਤੇ ਸਭ ਤੋਂ ਖੁਸ਼ੀ ਦਾ ਦਿਨ ਉਹ ਹੁੰਦਾ ਹੈ ਜਦ ਰੱਖੜੀ ਵਾਲੇ ਦਿਨ ਭੈਣਾਂ ਘਰ ਆਉਂਦੀਆਂ। ਵੈਸੇ ਵੀ ਕਹਿੰਦੇ ਮਾਂ ਦੀਆਂ ਅਸੀਸਾਂ ਰਾਜ ਬਹਾਵਣ, ਬਖਸ਼ਣ ਮੁਲਕ ਜਗੀਰੀ। ਮਾਂ ਦੀਆਂ ਅਸੀਸਾਂ ਦੇ ਨਾਲ, ਭੈਣਾਂ ਦੀਆਂ ਅਸੀਸਾਂ ਦੇ ਨਾਲ ਤੁਹਾਨੂੰ ਵਜ਼ੀਰੀਆਂ, ਜਗੀਰੀਆਂ, ਸਮਾਜ ਦੇ ਵਿੱਚ ਮਾਣ ਸਤਿਕਾਰ ਮਿਲਦਾ ਹੈ। ਆ ਪੁਲਿਸ ਵਾਲਿਆਂ ਨੂੰ ਮੇਰੀ ਬੇਨਤੀ ਹੈ, ਤੁਸੀਂ ਪਾਸੇ ਹੋ ਜਾਓ, ਆ ਜਾਣ ਦਿਓ ਅੱਗੇ ਸਾਰੀਆਂ ਨੂੰ। ਇਹ ਰਸਤੇ 'ਚ ਰੋਕਦੇ ਕਾਹਨੂੰ ਹੈ ਤੁਸੀਂ? ਸੋ ਅੱਜ ਤੁਸੀਂ ਇੱਥੇ ਆਈਆਂ ਹੋ, ਮੈਂ ਤੁਹਾਡਾ ਬਹੁਤ ਸਵਾਗਤ ਕਰਦਾ। ਗੁਰੂ ਨਾਨਕ ਸਾਹਿਬ ਨੇ ਕਿਹਾ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤੁਸੀਂ ਸਮਾਜ ਨੂੰ ਸਿਰਜਣ ਵਾਲੀਆਂ ਹੋ। ਚੰਗਾ ਸਮਾਜ ਇੱਕ ਔਰਤ ਬਣਾ ਸਕਦੀ ਹੈ। ਔਰਤ ਜਿਹੜੀ ਮਾਂ ਹੁੰਦੀ ਹੈ, ਹਰ ਬੰਦੇ ਦੀ ਸਭ ਤੋਂ ਪਹਿਲੀ ਤੇ ਮੁੱਢਲੀ ਟੀਚਰ ਹੈ। ਔਰਤ ਚੰਗੀ ਸਿੱਖਿਆ ਦੇਵੇ ਤਾਂ ਚੰਗਾ ਸਮਾਜ ਬਣਦਾ ਹੈ। ਔਰਤਾਂ ਦੇ ਨਾਲ ਹੀ ਸਮਾਜ ਹੈ, ਧੀਆਂ ਦੇ ਨਾਲ ਪਰਿਵਾਰ ਹੈ। ਇਸ ਲਈ ਤੁਹਾਡਾ ਆਉਣਾ ਸਿਰ ਮੱਥੇ ਹੈ। ਤੁਹਾਡੇ ਮਸਲੇ ਜਿੰਨੇ ਹੱਲ ਕੀਤੇ ਜਾਣ, ਉਹ ਸਮਝੋ ਸਾਡੇ ਵਾਸਤੇ ਵੱਡੀਆਂ ਅਸੀਸਾਂ ਹੈ ਤੇ ਸਾਡਾ ਫਰਜ਼ ਬਣਦਾ ਹੈ। ਮੈਂ ਦਿਲ ਤੋਂ ਚਾਹੁੰਦਾ ਕਿ ਜਿੰਨੀਆਂ ਪੰਜਾਬ ਦੇ ਵਿੱਚ ਬੀਬੀਆਂ, ਔਰਤਾਂ, ਭੈਣਾਂ, ਮਾਵਾਂ, ਉਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਹ ਸਾਡੀ ਜ਼ਿੰਮੇਵਾਰੀ ਹੈ। ਤੇ ਖਾਸ ਤੌਰ ਤੇ ਮਿਡਲ ਵਰਗ ਦੇ, ਗਰੀਬ ਵਰਗ ਦੇ ਹਰ ਪਰਿਵਾਰ ਦਾ ਜ਼ਿੰਮੇਵਾਰੀ ਹੈ ਜਿਹੜੀ ਉਹ ਸਰਕਾਰ ਦੀ ਬਣਦੀ ਹੈ ਕਿ ਉਹਨਾਂ ਨੂੰ ਇੱਕ ਚੰਗਾ ਜੀਵਨ ਮਿਲੇ, ਉਹ ਚੰਗਾ ਨਿਰਵਾਹ ਕਰ ਸਕਣ। ਬਹੁਤ ਥੋੜੇ ਪੈਸੇ ਮਿਲਦੇ ਤੁਹਾਨੂੰ, ਉਹਦੇ ਨਾਲ ਗੁਜ਼ਾਰਾ ਨਹੀਂ ਹੈ। ਇਸ ਨੂੰ ਜਿੰਨਾ ਵਧਾਇਆ ਜਾ ਸਕੇ ਉਨਾ ਥੋੜਾ ਹੈ, ਪਰ ਮੈਂ ਇਸ ਨੂੰ ਕਾਫੀ ਅੱਗੇ ਲਿਜਾਣਾ ਚਾਹੁੰਦਾ। ਸਾਡੀ ਸਰਕਾਰ ਦੀ ਸੋਚ ਕਿ ਹਰ ਪਰਿਵਾਰ ਨੂੰ ਅੱਛਾ ਜੀਵਨ ਮਿਲੇ। ਕਿ ਮੈਂ ਇੱਕ ਸ਼ੇਰ ਸੁਣਿਆ ਸੀ, ਕਹਿੰਦਾ ਅੰਧੇਰੋ ਆਓ ਮੇਰੇ ਘਰ ਸੇ ਰੋਸ਼ਨੀ ਲੈ ਲੋ। ਯਾਰ ਆਵਾਜ਼ ਪਿੱਛੇ ਨੂੰ ਵਾਪਸ ਮੁੜ ਕੇ ਆਉਂਦੀ। अंधेरो आओ मेरे घर से रोशनी ले लो, चिराग बुझने लगेंगे तो दिल जला दूंगा। इस तरह की सोच दे नाल बंदे नूं अगे वधना चाहिए। ज्यादा तो ज्यादा आम लोगों का फायदा होवे। हर गरीब दे घर, हर मिडिल क्लास दे बंदे दे घर, हर किसान दे घर, हर दुकान दे घर, दुकानदार दे घर, हर व्यापारी दे घर चंगा खुशहाली होवे, ये साडी कामना है। उस कामना के तहत ऐसी आज तुहानूं बुलाया है। पहला ऐसी आशा वर्कर ते मिड डे मील वर्कर ਜਿਹੜੀਆਂ लगभग 67,000 है, उन्हां दा मसला हल कीता है। वो बीबियां भी आउंदियां लेकिन उन्हां नूं गुजारे जोगे पैसे नहीं मिलते। उन्हां दे पत्ते वधाए है, उन्हां ने तनखाहां वधाईयां। तुहाडा भी गिणती 52,000 है, तुहाडी भी ये जरूरत है। और मैं एक गल कहना कि दुनिया दे विच जे कोई जुझारू है, जे कोई संघर्ष कर सकता है तो वह आंगनवाड़ी वर्कर है। उस दिन तुहाडे लीडर आए, मैं इन्होंने कहा, मैं क्या संघर्ष तुसीं बहुत करिया, बहुत लंबे समय तो तुसीं संघर्ष विच हो। और तुहातों मैं आप सीखदा कि संघर्ष जिंदगी दे विच जरूरी है। अंबेडकर ने भी कहा, पढ़ो, जुड़ो ते संघर्ष करो। तुहाडे संघर्ष नूं मेरी सलाम है। मैं भी इन्ना नहीं कर सकता जिन्ना तुसीं कीता है। ते तुसीं एक मिसाल पैदा की है कि अपने हक्कां नाल लड़न वास्ते जमहूरीयत विच साडा फर्ज है कि सानू अपने हक मिलन।
ਔਰ ਜਿੰਨੇ ਦੁਨੀਆ ਭਰ ਦੇ ਕੰਮ ਹੈ ਸਾਰੀ ਸਰਕਾਰਾਂ ਆਂਗਨਵਾੜੀ ਵਰਕਰਾਂ ਨੂੰ ਸੰਭਾਲ ਦਿੰਦੀ ਹੈ। ਜਿਸ ਤਰ੍ਹਾਂ ਹੁਣੇ ਕਿਹਾ ਹੈ ਕਿ ਆਂਗਨਵਾੜੀ ਵਰਕਰ ਰੀੜ੍ਹ ਦੀ ਹੱਡੀ, ਇਹ ਬਿਲਕੁਲ ਸਹੀ ਹੈ, ਕਿਉਂਕਿ ਹਰ ਕੰਮ ਦਾ ਤੁਹਾਨੂੰ ਦੇ ਦਿੱਤਾ ਜਾਂਦਾ ਹੈ। ਬੱਚਿਆਂ ਦੀ ਗਿਣਤੀ ਕਰਨੀ ਤਾਂ ਤੁਸੀਂ ਕਰੋ, ਬੰਦਿਆਂ ਦੀ ਗਿਣਤੀ ਕਰਨੀ ਤਾਂ ਤੁਸੀਂ ਕਰੋ, ਵੋਟਾਂ ਬਣਨੀਆਂ ਤਾਂ ਤੁਸੀਂ ਮੂਹਰੇ, ਹਰ ਕੰਮ ਦੇ ਵਿੱਚ ਮੂਹਰੇ। ਤੇ ਤੁਹਾਡੀ ਬਹੁਤ ਬੜੀ ਕੰਟਰੀਬਿਊਸ਼ਨ ਹੈ ਪੰਜਾਬ ਦੇ ਵਿੱਚ, ਪੰਜਾਬ ਨੂੰ ਅੱਗੇ ਲਿਜਾਣ ਦੇ ਵਿੱਚ, ਸਮਾਜ ਨੂੰ ਸਿਰਜਣ ਦੇ ਵਿੱਚ, ਪਿੰਡਾਂ ਦੀ ਪ੍ਰਫੁੱਲਤ ਕਰਨ ਵਿੱਚ ਤੁਸੀਂ ਬਹੁਤ ਬੜਾ ਰੋਲ ਨਿਭਾ ਰਹੀਆਂ ਹੋ। ਉਸ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ। ਅਸੀਂ ਬਿਜਲੀ ਦੇ ਬਿੱਲ ਘਟਾਏ, ਉਹ ਵੀ ਇਸ ਕਰਕੇ ਕਿ ਜਦ ਬੀਬੀ ਬਿਜਲੀ ਦਾ ਬਿੱਲ ਦੇ ਕੇ ਆਉਂਦੀ ਹੈ ਤਾਂ ਪਿੱਛੇ ਬਚਦਾ ਹੀ ਕੁਝ ਨਹੀਂ। ਮੇਰੇ ਘਰ ਦਾ ਬਿੱਲ ਮੇਰੀ ਵਾਈਫ ਦੇ ਖਾਤੇ 'ਚੋਂ ਜਾਂਦਾ ਹੈ, ਡਾਕਟਰ ਲੱਗੀ ਹੋਈ ਹੈ, ਤਨਖਾਹ ਵੀ ਚੰਗੀ ਮਿਲਦੀ ਹੈ, ਲੇਕਿਨ ਜਦ ਬਿੱਲ ਆਉਂਦਾ ਹੈ ਤਾਂ ਉਹ ਮੇਰੇ ਵੱਲ ਨੂੰ ਦੇਖਣ ਲੱਗ ਜਾਂਦੀ ਵੀ ਆਹ ਕਿਆ ਹੈ। ਇਸ ਕਰਕੇ ਅਸੀਂ 3 ਰੁਪਏ ਬਿਜਲੀ ਦਾ ਰੇਟ ਘਟਾਇਆ ਹੈ। ਅੱਜ ਪੰਜਾਬ ਦੇ ਵਿੱਚ ਹਿੰਦੁਸਤਾਨ 'ਚ ਸਭ ਨਾਲੋਂ ਸਸਤੀ ਬਿਜਲੀ ਮਿਲ ਰਹੀ ਹੈ। 3 ਰੁਪਏ ਰੇਟ ਘਟਾਤਾ ਹੈ। ਪੁਰਾਣੇ ਬਕਾਏ ਐਡੇ ਐਡੇ ਬਿੱਲ ਆਏ ਵੇ ਸੀ, 2 ਕਿਲੋਵਾਟ ਤੱਕ ਦੇ ਸਾਰੇ ਕੰਜ਼ਿਊਮਰ 52 ਲੱਖ ਹੈ, ਉਹਨਾਂ ਦੇ ਪੁਰਾਣੇ ਬਕਾਏ ਇਸ ਕਰਕੇ ਮਾਫ ਕੀਤੇ ਹੈ ਕਿ ਉਹ ਦੇ ਨਹੀਂ ਪਾ ਰਹੇ ਸੀ। ਉਹਨਾਂ ਵਾਸਤੇ ਮੁਸ਼ਕਲ ਸੀ, ਬਿਜਲੀ ਦੇ ਮੀਟਰ ਕੱਟ ਹੋਣ ਲੱਗੇ ਸੀ, ਐਸੀ ਉਹ ਸਾਰੇ ਮਾਫ ਕੀਤੇ। ਪਾਣੀ ਦੇ ਪੁਰਾਣੇ ਬਿੱਲ ਮਾਫ ਕੀਤੇ, ਪਾਣੀ ਦੀਆਂ ਟੈਂਕੀਆਂ ਦੇ ਪੁਰਾਣੇ ਬਿੱਲ ਮਾਫ ਕੀਤੇ ਹੈ। ਪੈਟਰੋਲ 10 ਰੁਪਏ ਇਕੱਠਾ ਘਟਾਇਆ ਪੰਜਾਬ ਦੇ ਵਿੱਚ, ਡੀਜ਼ਲ 5 ਰੁਪਏ ਇਕੱਠਾ ਘਟਾਇਆ, ਡਰਮ ਭਰਾਓ ਤਾਂ 1000 ਬਚਦਾ, ਸਕੂਟਰ ਤੇਲ ਪਾਓ ਤਾਂ ਪੈਸੇ ਮੌਕੇ ਪਰ ਬਚਦੇ। ਲੇਕਿਨ ਇਹ ਕਹਿੰਦੇ ਜੀ ਇਹ ਤਾਂ ਲਾਗੂ ਨਹੀਂ ਕਰਦਾ, ਐਲਾਨ ਹੀ ਕਰਦਾ। ਲੇਕਿਨ ਤੁਸੀਂ ਜਾ ਕੇ ਦੇਖੋ ਕਿ ਪੈਟਰੋਲ ਸਸਤਾ ਮਿਲ ਰਿਹਾ ਕਿ ਨਹੀਂ, ਡੀਜ਼ਲ ਮਿਲ ਰਿਹਾ ਕਿ ਨਹੀਂ, ਪੈਟਰੋਲ ਪਾਣੀ ਬਿਜਲੀ ਦੇ ਬਿੱਲ ਘਟ ਗਏ ਕਿ ਨਹੀਂ, ਬਿਜਲੀ ਦੇ ਬਕਾਏ ਮਾਫ ਹੋਏ ਕਿ ਨਹੀਂ। ऐसी क्यों कर रहे हैं? क्योंकि चादर छोटी रहेगी, पैर बड़े रह गए, पैर बाहर चले गए, टैक्सां का बोझ बढ़ गया, गरीब का घर चलना औखा हो गया, थोड़ी रसोई नहीं चल रही। इस करके बिजली, पानी, पेट्रोल, डीजल जिहड़ी रोज की जरूरत है उन्हां दे रेट घटाए है। मैं क्यों कर रहा? क्योंकि मैं गरीबी दे विच थोड़े वर्गे परिवारां दे विच पलिया है, मैं ये मुसीबतां चलियां है, इस करके मैं इन्हां मुसीबतां दा हल कर रहा। हुण कहंदे जी ये तां सारा ही लोकां नूं ही वंडी जा रहा है। भी मेरे किहड़े बापू दा पैसा ना, उन्हां दे बापू दा पैसा तां जिहड़े पुराने सीगे मुख मंत्री, लोकां दा पैसा है, लोकां ने घरां जाना चाहिदा है। इस करके मैं खजाने दा मूंह आम लोकां वल नूं करता, जिहड़ा बादलां वल नूं सीगा, जिहड़ा महाराजा वल नूं सीगा, वो मूंह मोड़ के लोकां वल नूं करता है। ये थोड़े वल नूं पैसे आण लग गए। ये फर्क है, ये फर्क है आम लोकां दा ते रजवाड़ा शाही दा। इस करके ये जरूरी है कि पंजाब दे लोकां नूं पंजाब दा पैसा मिले। बाहर ते लोग आण लग जाते हैं। केजरीवाल जी नूं कोरोना हो गया, अज मैं उन्हां नाल टैलीफोन ते गल कीती, मैं कहा बड़ी माड़ी गल हुई, तुसी तुहाडी सेहत चंगी होवे, तुहानूं मैं शुभ कामनावां दिंदा। लेकिन ये लोग बाहर ते आके पंजाब च राज करना चाहुंदे। पंजाब वास्ते भी ये कोरोना ही है। ऐसी यह जिहा कोरोना नहीं लेना, अजिही बीमारी नहीं पाउणी कि जिहड़ी बाहर ते आके सानूं पै जे, साडा पैसा बाहर नूं जाण लग जे। हुण दिल्ली दे मुख मंत्री दे बोर्ड पंजाब च लगे वे कि ऐतकी बार केजरीवाल किते फ्री थोड़ो लगदे है, दिल्ली दी सरकार दा पैसा लग रहा। कल नूं किते आपां उरे बना बैठे तां साडा पैसा दिल्ली और महाराष्ट्र च लगदा फिरूगा, खर्चा बाहर नूं जाण लग जाएगा। ऐसी लोकां वल नूं मोड़ना है। सो मैं बेनती करना चाहुंदा कि तुहाडियां बड़ियां जायज़ मंगां है। पहला भी अगस्त में कुछ पैसे बढ़ाए सी सरकार ने, लेकिन अज होर बढ़ा रहे।
ਲੇਕਿਨ ਇਹ ਮੈਂ ਦਿਲ ਤੇ ਆਪਣੀਆਂ ਭੈਣਾਂ ਨੂੰ, ਸਾਡੇ ਵਿੱਤ ਮੰਤਰੀ ਸਾਹਿਬ ਬੈਠੇ, ਸਾਡੇ ਮੰਤਰੀ ਜੀ ਬੈਠੇ ਹੈ, ਇਹਨਾਂ ਨੇ ਵੀ ਦਿਲ ਖੋਲ ਕੇ ਜਿਹੜਾ ਫੈਸਲਾ ਹੋਇਆ ਉਹਦੇ ਤੇ ਮੋਹਰ ਲਾਈ ਹੈ। ਤੁਹਾਡੀਆਂ ਲੀਡਰਾਂ ਦੇ ਨਾਲ ਸਮਝੌਤਾ ਹੋ ਕੇ ਉਹਨਾਂ ਨਾਲ ਬੈਠ ਕੇ ਗੱਲ ਕਰਕੇ ਇਹ ਫੈਸਲੇ ਪਰ ਅਸੀਂ ਪਹੁੰਚੇ ਆ ਜਿਹੜੇ ਦਾ ਮੈਂ ਐਲਾਨ ਕਰਨਾ। ਸੋ ਮੈਂ ਤੁਹਾਡਾ ਇੱਥੇ ਆਉਣ ਤੇ ਪਹਿਲਾਂ ਧੰਨਵਾਦ ਕਰਦਾ ਐਲਾਨ ਆਉਣ ਤੋਂ, ਤੇ ਤੁਹਾਨੂੰ ਪਿਆਰ ਆ ਸਤਿਕਾਰ ਹੈ। ਐਸੀ ਲੰਗਰ ਵੀ ਬਣਾਇਆ, ਤੁਸੀਂ ਲੰਗਰ ਛਕ ਕੇ ਜਾਣਾ ਸਾਰੀਆਂ ਨੇ। ਇਸ ਤੋਂ ਬਾਅਦ ਬੜੀ ਦੂਰ ਦੂਰ ਤੇ ਆਏ ਹੋ, ਤੁਹਾਡਾ ਏਕਤਾ ਦੇਖੋ ਕਿੰਨੀ ਹੈ। ਮੈਂ ਹਰਗੋਬਿੰਦ ਭੈਣ ਜੀ ਹੋਰਾਂ ਨੂੰ ਕਿਹਾ, ਮੈਂ ਕਿਹਾ ਵੀ ਜੇ ਇੱਕ ਵੀ ਕੁਰਸੀ ਖਾਲੀ ਹੋਈ ਤਾਂ ਮੈਂ ਐਲਾਨ ਨਹੀਂ ਕਰਨਾ। ਅੱਜ ਹਾਲਾਤ ਇਹ ਹੈ ਕਿ ਮੈਂ ਕੁਰਸੀਆਂ ਲੱਭਦਾ ਫਿਰਦਾ ਭੈਣਾਂ ਨੂੰ ਬਿਠਾ ਕੇ ਦੇ ਦੇਵਾਂ। ਤੁਸੀਂ ਇੰਨੀਆਂ ਖੜੀਆਂ, ਪੂਰਾ ਭਰਿਆ ਹੋਇਆ ਪੰਡਾਲ। ਮੈਂ ਮਨਪ੍ਰੀਤ ਬਾਦਲ ਜੀ ਨੂੰ ਕਿਹਾ ਸੀ, ਮੈਂ ਕਿਹਾ ਜੇ ਅਸੀਂ ਰੈਲੀ ਕਰਨੀ ਹੋਵੇ ਇੰਨੇ ਬੰਦੇ ਇਕੱਠੇ ਨਹੀਂ ਹੁੰਦੇ ਪੋਲੀਟੀਕਲ ਬੰਦਿਆਂ ਤੋਂ, ਲੱਭਦੇ ਫਿਰਦੇ ਬੰਦਿਆਂ ਨੂੰ ਕਿੱਧਰ ਤੇ ਲਿਆਈਏ। ਤੁਸੀਂ ਐ ਆ ਗਈਆਂ ਜਿਸ ਤਰ੍ਹਾਂ ਇੱਕੋ ਦਮ ਇਕੱਠਾ ਹੋ ਕੇ ਸਾਰਾ ਮਰੰਡਾ, ਮੇਰਾ ਇਲਾਕਾ ਵੀ ਧੰਨ ਧੰਨ ਹੋ ਗਿਆ, ਤੁਹਾਡੇ ਚਰਨ ਪੈ ਗਏ। ਮੈਂ ਤੁਹਾਡੇ ਵਾਲੇ ਨਾਰੇ ਮੈਂ ਲਾ ਦਿੰਦਾ, ਤੁਸੀਂ ਸਾਰੀਆਂ ਬਾਰ-ਬਾਰ ਲਾ ਰਹੀਆਂ। ਇਨਕਲਾਬ, 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 ਨਾਰੀ ਸ਼ਕਤੀ, ਨਾਰੀ ਸ਼ਕਤੀ, ਇਹ ਬਣੀ ਗੱਲ। ਰਜੀਆ ਸੁਲਤਾਨ ਭੈਣ ਜੀ ਜਿਉਂਦੀ ਰਹੇ। ਆਂਗਨਵਾੜੀ ਵਰਕਰਾਂ ਅੱਗੇ ਨਹੀਂ ਆ ਸਕਦਾ, ਇਸ ਕਰਕੇ ਮੈਂ ਆਉਣ ਵਾਲੇ ਦਿਨਾਂ 'ਚ, ਪ੍ਰਮਾਤਮਾ ਨੇ ਅਗਲੀ ਸਰਕਾਰ ਬਣਾਈ ਪਾਰਟੀ ਦੀ, ਤਾਂ ਅਸੀਂ ਸਕੂਲਾਂ ਦੀ ਕਾਇਆ ਕਲਪ ਕਰਨੀ ਹੈ ਤੇ ਸਕੂਲ ਵਧੀਆ ਬਣਾਣੇ। ਹੁਣ ਵੀ ਬਹੁਤ ਕੰਮ ਹੋਇਆ, ਲੇਕਿਨ ਇੰਗਲਿਸ਼ ਮੀਡੀਅਮ ਵਾਲੇ ਮਾਡਲ ਸਕੂਲ ਪੰਜਾਬ ਦੇ ਵਿੱਚ ਚੱਲਣਗੇ ਤੇ ਮਾਡਲ ਕਾਲਜ ਪੰਜਾਬ ਦੇ ਵਿੱਚ ਚੱਲਣਗੇ। ਨਵੀਆਂ ਯੂਨੀਵਰਸਿਟੀਆਂ ਦੀ ਨਵੀਂ ਐਜੂਕੇਸ਼ਨ ਪਾਲਿਸੀ ਅਸੀਂ ਲੈ ਕੇ ਆਵਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਕੁਝ ਮਾਣ ਸਨਮਾਨ ਦੀ ਰਸਮ ਹੈ, ਹੁਣ ਕਿਰਪਾ ਮੈਂ ਕਰਕੇ ਤੁਹਾਡੇ ਲੀਡਰਾਂ ਨੂੰ